ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਸੰਦੇਸ਼ ਔਲਖ ਸ਼ਰਮਾ। ਜਗਬਾਣੀ ਟੀਵੀ ਤੇ ਤੁਹਾਡਾ ਸਭ ਦਾ ਬਹੁਤ-ਬਹੁਤ ਸਵਾਗਤ ਹੈ। ਵੇਲੇ ਹੁਣ ਤੱਕ ਦੀਆਂ ਖਬਰਾਂ ਦੇ ਵਿਸਤਾਰ ਵਿੱਚ ਜਾਣ ਤੋਂ ਪਹਿਲਾਂ ਇੱਕ ਨਜ਼ਰ ਸੁਰਖੀਆਂ ਤੇ। ਆਮ ਆਦਮੀ ਪਾਰਟੀ ਨੇ ਕੀਤਾ ਵੱਡਾ ਐਲਾਨ, ਕਿਹਾ ਭਗਵੰਤ ਮਾਨ ਹੋਣਗੇ ਪੰਜਾਬ ਵਿੱਚ ਆਪ ਦੇ ਮੁੱਖ ਮੰਤਰੀ ਉਮੀਦਵਾਰ। ਚੋਣਾਂ ਤੋਂ ਪਹਿਲਾਂ ਨਾਜਾਇਜ਼ ਮਾਈਨਿੰਗ ਨੂੰ ਲੈ ਕੇ ਸੀਐਮ ਚੰਨੀ ਦੇ ਰਿਸ਼ਤੇਦਾਰਾਂ ਦੇ ਠਿਕਾਣਿਆਂ ਤੇ ਈਡੀ ਦਾ ਛਾਪਾ, ਸੀਐਮ ਚੰਨੀ ਦਾ ਵੀ ਆਇਆ ਬਿਆਨ। ਅਤੇ ਬਿਕਰਮ ਮਜੀਠੀਆ ਦੀ ਅੰਤਰਿਮ ਜ਼ਮਾਨਤ ਹਾਈ ਕੋਰਟ ਨੇ 24 ਜਨਵਰੀ ਤੱਕ ਵਧਾਈ। ਤਾਂ ਹੁਣ ਖਬਰਾਂ ਵਿਸਤਾਰ ਨਾਲ। ਖਬਰਾਂ ਦੀ ਸ਼ੁਰੂਆਤ ਦੇ ਵਿੱਚ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਆਮ ਆਦਮੀ ਪਾਰਟੀ ਦੀ। ਤਾਂ ਤੁਹਾਨੂੰ ਦੱਸ ਦਈਏ ਕਿ ਅਰਵਿੰਦ ਕੇਜਰੀਵਾਲ ਅੱਜ ਪੰਜਾਬ ਪਹੁੰਚੇ ਤੇ ਉਹਨਾਂ ਨੇ ਆਪਣੇ ਸੀਐਮ ਉਮੀਦਵਾਰ ਦਾ ਐਲਾਨ ਕਰ ਦਿੱਤਾ ਹੈ। ਭਗਵੰਤ ਮਾਨ ਨੇ ਆਮ ਆਦਮੀ ਪਾਰਟੀ ਦੇ ਪੰਜਾਬ ਵਿੱਚ ਸੀਐਮ ਉਮੀਦਵਾਰ, ਇਹ ਐਲਾਨ ਹੋਣ ਤੋਂ ਬਾਅਦ ਹਰ ਪਾਸੇ ਖੁਸ਼ੀ ਦਾ ਮਾਹੌਲ ਦੇਖਣ ਨੂੰ ਮਿਲ ਰਿਹਾ ਹੈ। ਆਮ ਆਦਮੀ ਪਾਰਟੀ ਦੇ ਵਰਕਰਾਂ ਵੱਲੋਂ ਇੱਥੇ ਜਸ਼ਨ ਵੀ ਮਨਾਏ ਜਾ ਰਹੇ ਨੇ। ਪੰਜਾਬ ਵਿਧਾਨ ਸਭਾ ਚੋਣਾਂ ਦਾ ਬਿਗਲ ਵੱਜ ਚੁੱਕਾ ਹੈ ਤੇ 20 ਫਰਵਰੀ ਨੂੰ ਸੂਬੇ ਦੇ ਵਿੱਚ ਚੋਣਾਂ ਹੋਣ ਵਾਲੀਆਂ ਹਨ ਤੇ ਆਮ ਆਦਮੀ ਪਾਰਟੀ ਆਪਣੀ ਮਜ਼ਬੂਤੀ ਦਰਜ ਕਰਵਾਉਣ ਲਈ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ, ਜਿਸ ਦੇ ਵਿੱਚ ਸੰਸਦ ਮੈਂਬਰ ਭਗਵੰਤ ਮਾਨ ਨੂੰ ਆਮ ਆਦਮੀ ਪਾਰਟੀ ਦਾ ਮੁੱਖ ਚਿਹਰਾ ਸੂਬੇ ਦੇ ਵਿੱਚ ਵੇਖਿਆ ਜਾ ਰਿਹਾ ਹੈ। ਹਾਲਾਂਕਿ ਆਮ ਆਦਮੀ ਪਾਰਟੀ ਵੱਲੋਂ ਬੀਤੇ ਦਿਨੀ ਕਿਹਾ ਗਿਆ ਕਿ ਫੋਨ ਨੰਬਰ ਦੇ ਜ਼ਰੀਏ ਸੀਐਮ ਦੇ ਚਿਹਰੇ ਦਾ ਐਲਾਨ ਕੀਤਾ ਜਾਏਗਾ ਤੇ ਤੈਅ ਹੋਏਗਾ ਕਿ ਪੰਜਾਬ ਦੀ ਜਨਤਾ ਕਿਸ ਨੂੰ ਆਮ ਆਦਮੀ ਪਾਰਟੀ ਦਾ ਸੀਐਮ ਕੈਂਡੀਡੇਟ ਮੰਨਦੀ ਹੈ ਤੇ ਆਪਣੀ ਸਹਿਮਤੀ ਜਤਾਉਂਦੀ ਹੈ। ਤੇ ਹੁਣ ਜਨਤਾ ਨੇ ਆਪਣੀ ਮੋਹਰ ਲਗਾ ਦਿੱਤੀ ਹੈ ਤੇ ਜਨਤਾ ਦੇ ਫੈਸਲੇ ਨੂੰ ਸਿਰ ਮੱਥੇ ਰੱਖਦੇ ਹੋਏ ਆਮ ਆਦਮੀ ਪਾਰਟੀ ਦੇ ਸੁਪਰੀਮੋ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਐਲਾਨ ਕਰ ਦਿੱਤਾ ਗਿਆ। ਕਦੇ ਆਪਣੇ ਦੋਸਤਾਂ ਦੇ ਵਿੱਚ ਜੁਗਨੂ ਉਪਨਾਮ ਤੇ ਲੋਕਪ੍ਰਿਯ ਭਗਵੰਤ ਮਾਨ ਪੰਜਾਬ ਦੀ ਰਾਜਨੀਤੀ ਦੇ ਵਿੱਚ ਹੁਣ ਪੋਸਟਰ ਬॉय ਬਣ ਗਏ ਹਨ ਤੇ ਅਸਲ ਜ਼ਿੰਦਗੀ ਦੇ ਵਿੱਚ ਭਗਵੰਤ ਮਾਨ ਦਾ ਰਾਜਨੀਤੀ ਦੇ ਵਿੱਚ ਚਿਹਰਾ ਲੋਕਾਂ ਦੀ ਆਮ ਆਦਮੀ ਪਾਰਟੀ ਦੇ ਵਿੱਚੋਂ ਪਹਿਲੀ ਪਸੰਦ ਬਣਨ ਦਾ ਸਫ਼ਰ ਕੁਝ ਆਸਾਨ ਨਹੀਂ ਰਿਹਾ। ਰਾਜਨੀਤੀ ਦੇ ਸਫ਼ਰ ਦੇ ਵਿੱਚ ਆਮ ਆਦਮੀ ਪਾਰਟੀ ਦੇ ਸੀਐਮ ਕੈਂਡੀਡੇਟ ਦੇ ਚਿਹਰੇ ਭਗਵੰਤ ਮਾਨ ਨੇ ਕਈ ਉਤਾਰ ਚੜਾਅ ਜ਼ਿੰਦਗੀ ਦੇ ਦੇਖੇ ਹਨ। ਅਸਲ ਦੇ ਵਿੱਚ ਰਾਜਨੀਤੀ ਦੇ ਵਿੱਚ ਕਦਮ ਰੱਖਣ ਤੋਂ ਪਹਿਲਾਂ ਭਗਵੰਤ ਮਾਨ ਇੱਕ ਚਿਹਰਾ ਜਿਸ ਨੂੰ ਲੋਕੀ ਕਮੇਡੀਅਨ ਦੇ ਤੌਰ ਤੇ ਜਾਣਦੀ ਸੀ ਤੇ ਜੁਗਨੂ ਦੇ ਨਾਂ ਤੇ ਦੁਨੀਆ ਭਰ ਦੇ ਵਿੱਚ ਪ੍ਰਸਿੱਧੀ ਹਾਸਲ ਕਰ ਚੁੱਕੇ ਭਗਵੰਤ ਮਾਨ ਜਦੋਂ ਰਾਜਨੀਤੀ ਦੇ ਵਿੱਚ ਉਤਰੇ ਤਾਂ ਲਗਾਤਾਰ 2 ਵਾਰ ਲੋਕ ਸਭਾ ਦੇ ਵਿੱਚ ਆਮ ਆਦਮੀ ਪਾਰਟੀ ਤੋਂ ਸੰਸਦ ਮੈਂਬਰ ਬਣੇ। ਭਗਵੰਤ ਮਾਨ ਦਾ ਜਨਮ 17 ਅਕਤੂਬਰ 1972 ਦੇ ਵਿੱਚ ਹੋਇਆ ਸੀ ਤੇ ਉਹਨਾਂ ਦੇ ਪਿਤਾ ਦਾ ਨਾਮ ਮਹਿੰਦਰ ਸਿੰਘ ਸੀ ਜੋ ਇੱਕ ਟੀਚਰ ਸੀ। ਭਗਵੰਤ ਮਾਨ ਪੰਜਾਬ ਦੇ ਸੰਗਰੂਰ ਜ਼ਿਲ੍ਹੇ ਦੇ ਸੰਤੋਜ ਪਿੰਡ ਤੋਂ ਹਨ। ਉਹਨਾਂ ਨੇ ਪੰਜਾਬ ਦੇ ਸੰਗਰੂਰ ਜ਼ਿਲ੍ਹੇ ਦੇ SUS ਸਰਕਾਰੀ ਕਾਲਜ ਤੋਂ BCom ਫਸਟ ਈਅਰ ਕੀਤਾ ਤੇ ਉਹਨਾਂ ਦਾ ਵਿਆਹ ਇੰਦਰਪ੍ਰੀਤ ਕੌਰ ਨਾਲ ਹੋਇਆ ਸੀ। ਹਾਲਾਂਕਿ 2015 ਦੇ ਵਿੱਚ ਦੋਵੇਂ ਦੰਪਤੀ ਵੱਖ ਹੋ ਗਏ ਤੇ ਭਗਵੰਤ ਮਾਨ ਦੇ 2 ਬੱਚੇ ਹਨ, ਇੱਕ ਪੁੱਤ ਤੇ ਇੱਕ ਧੀ। 1992 ਦੇ ਵਿੱਚ ਭਗਵੰਤ ਮਾਨ ਕ੍ਰੀਏਟਿਵ ਮਿਊਜ਼ਿਕ ਕੰਪਨੀ ਦੇ ਨਾਲ ਸ਼ਾਮਿਲ ਹੋ ਗਏ ਸੀ ਤੇ ਸ਼ੋਅ ਕਰਨਾ ਸ਼ੁਰੂ ਕਰ ਦਿੱਤਾ ਸੀ। 2013 ਦੇ ਵਿੱਚ ਡਿਸਕੋਗ੍ਰਾਫੀ ਦੇ ਖੇਤਰ ਦੇ ਵਿੱਚ ਭਗਵੰਤ ਮਾਨ ਪੂਰੀ ਤਰ੍ਹਾਂ ਸਕ੍ਰਿय ਸੀ। ਭਗਵੰਤ ਮਾਨ ਵੱਲੋਂ ਯੂਥ ਕਾਮੇਡੀ ਫੈਸਟੀਵਲ ਤੇ ਇੰਟਰ ਕਾਲਜ ਕੰਪੀਟੀਸ਼ਨਾਂ ਦੇ ਵਿੱਚ ਭਾਗ ਲਿਆ ਗਿਆ। ਭਗਵੰਤ ਮਾਨ ਵੱਲੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਸ਼ਹੀਦ ਊਧਮ ਸਿੰਘ ਸਰਕਾਰੀ ਕਾਲਜ ਵੱਲੋਂ 2 ਗੋਲਡ ਮੈਡਲ ਵੀ ਜਿੱਤੇ ਤੇ 1994 ਦੇ ਵਿੱਚ ਭਗਵੰਤ ਮਾਨ ਵੱਲੋਂ ਕਚਹਿਰੀ ਫਿਲਮ ਤੋਂ ਆਪਣੀ ਫਿਲਮੀ ਦੁਨੀਆ ਦੀ ਵੀ ਸ਼ੁਰੂਆਤ ਕਰ ਦਿੱਤੀ ਗਈ। 2018 ਤੱਕ ਭਗਵੰਤ ਮਾਨ ਦੀਆਂ 12 ਤੋਂ ਵੱਧ ਫਿਲਮਾਂ ਆ ਚੁੱਕੀਆਂ ਹਨ। ਪਰ ਦੱਸ ਦਈਏ ਕਿ ਭਗਵੰਤ ਮਾਨ ਵੱਲੋਂ ਜ਼ਿਆਦਾਤਰ ਫਿਲਮਾਂ ਦੇ ਵਿੱਚ ਰਾਜਨੀਤੀ, ਵਪਾਰ ਤੇ ਖੇਡ ਜਿਹੇ ਭਾਰਤੀ ਮੁੱਦਿਆਂ ਤੇ ਆਪਣੀ ਕਮੇਡੀ ਕੀਤੀ ਗਈ। ਜਗਤਾਰ ਜੱਗੀ ਦੇ ਨਾਲ ਭਗਵੰਤ ਮਾਨ ਦਾ ਪਹਿਲਾ ਕਾਮੇਡੀ ਐਲਬਮ ਸੀ। 2006 ਦੇ ਵਿੱਚ ਭਗਵੰਤ ਮਾਨ ਤੇ ਜੱਗੀ ਨੇ ਆਪਣੇ ਸ਼ੋਅ ਨੋ ਲਾਈਫ ਵਿਦ ਵਾਈਫ ਦੇ ਨਾਲ ਕੈਨੇਡਾ ਤੇ ਇੰਗਲੈਂਡ ਦਾ ਦੌਰਾ ਕੀਤਾ ਸੀ। 2008 ਦੇ ਵਿੱਚ ਭਗਵੰਤ ਮਾਨ ਨੇ ਇੰਡੀਅਨ ਲਾਫਟਰ ਚੈਲੰਜ ਦੇ ਵਿੱਚ ਵੀ ਭਾਗ ਲਿਆ ਸੀ, ਜਿਸ ਤੋਂ ਬਾਅਦ ਭਗਵੰਤ ਮਾਨ ਨੂੰ ਉਹਨਾਂ ਦੇ ਚੋਣ ਵਾਲੇ ਬਿਹਤਰੀਨ ਕਮੇਡੀਅਨ ਵੀ ਦੱਸਣ ਲੱਗੇ ਸੀ। ਭਗਵੰਤ ਮਾਨ ਨੇ ਬਲਵੰਤ ਦੁੱਲਤ ਵੱਲੋਂ ਨਿਰਦੇਸ਼ਿਤ ਰਾਸ਼ਟਰੀ ਪੁਰਸਕਾਰ ਵਿਜੇਤਾ ਫਿਲਮ ਮੈਂ ਮਾਂ ਪੰਜਾਬ ਦੇ ਵਿੱਚ ਵੀ ਆਪਣੀ ਕਲਾਕਾਰੀ ਦਾ ਅਭਿਨੈ ਦੱਸਿਆ ਸੀ। ਪਰ ਦੱਸ ਦਈਏ ਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਵੱਲੋਂ 2022 ਦੀਆਂ ਚੋਣਾਂ ਲਈ ਭਗਵੰਤ ਮਾਨ ਨੂੰ ਆਪ ਦਾ ਸੀਐਮ ਕੈਂਡੀਡੇਟ ਵਜੋਂ ਉਤਾਰ ਦਿੱਤਾ ਗਿਆ। ਪਰ ਦੱਸ ਦਈਏ ਕਿ ਕਮੇਡੀਅਨ ਨਾਂ ਤੇ ਮਸ਼ਹੂਰ ਹੋ ਚੁੱਕੇ ਭਗਵੰਤ ਮਾਨ ਨੇ ਮਨਪ੍ਰੀਤ ਸਿੰਘ ਬਾਦਲ ਵੱਲੋਂ ਬਣਾਈ ਗਈ ਪੰਜਾਬ ਪੀਪਲਸ ਪਾਰਟੀ ਤੇ ਆਪਣੀ ਰਾਜਨੀਤਿਕ ਪਾਰੀ ਦੀ ਸ਼ੁਰੂਆਤ ਕੀਤੀ ਸੀ ਤੇ 2012 ਦੇ ਵਿੱਚ ਭਗਵੰਤ ਮਾਨ ਵੱਲੋਂ
ਪੰਜਾਬ ਪੀਪਲਸ ਪਾਰਟੀ ਦੇ ਟਿਕਟ ਦੇ ਤੌਰ ਤੇ ਲਹਿਰਾ ਵਿਧਾਨ ਸਭਾ ਸੀਟ ਤੋਂ ਚੋਣਾਂ ਲੜੀਆਂ ਗਈਆਂ ਸੀ। ਪਰ ਪਹਿਲੀ ਵਾਰੀ ਚੋਣਾਂ ਲੜ ਰਹੇ ਭਗਵੰਤ ਮਾਨ ਨੂੰ ਜਿੱਤ ਹਾਸਲ ਨਹੀਂ ਹੋ ਸਕੀ ਸੀ ਤੇ ਉਹਨਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਇਸ ਤੋਂ ਬਾਅਦ ਭਗਵੰਤ ਮਾਨ ਨੇ 2014 ਦੇ ਵਿੱਚ ਪੰਜਾਬ ਪੀਪਲਸ ਪਾਰਟੀ ਨਾਲ ਆਪਣਾ ਰਿਸ਼ਤਾ ਤੋੜ ਦਿੱਤਾ ਤੇ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਨਾਲ ਜੁੜ ਗਏ। ਆਮ ਆਦਮੀ ਪਾਰਟੀ ਨੇ ਉਹਨਾਂ ਨੂੰ 2014 ਦੇ ਵਿੱਚ ਲੋਕ ਸਭਾ ਚੋਣਾਂ ਲਈ ਸੰਗਰੂਰ ਤੋਂ ਟਿਕਟ ਦਿੱਤਾ ਸੀ, ਜਿਸ ਦੇ ਵਿੱਚ ਭਗਵੰਤ ਮਾਨ ਵੱਲੋਂ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਸੁਖਦੇਵ ਸਿੰਘ ਢੀਂਡਸਾ ਨੂੰ ਮਾਤ ਦਿੱਤੀ ਗਈ ਸੀ ਤੇ 2019 ਦੇ ਵਿੱਚ ਲੋਕ ਸਭਾ ਚੋਣਾਂ ਦੇ ਵਿੱਚ ਵੀ ਭਗਵੰਤ ਮਾਨ ਨੇ ਸੰਗਰੂਰ ਦੇ ਵਿੱਚ ਜਿੱਤ ਹਾਸਲ ਕੀਤੀ ਸੀ। ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਭਗਵੰਤ ਮਾਨ ਤੇ ਵਰਤਮਾਨ ਦੇ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਸੀਐਮ ਦੇ ਕੈਂਡੀਡੇਟ ਵਜੋਂ ਚੋਣਾਂ ਲੜ ਰਹੇ ਭਗਵੰਤ ਮਾਨ ਤੇ ਕਾਫੀ ਆਰੋਪ ਵੀ ਲੱਗੇ। ਪਾਰਲੀਮੈਂਟ ਦੇ ਵਿੱਚ ਉਹਨਾਂ ਤੇ ਸ਼ਰਾਬ ਪੀ ਕੇ ਜਾਣ ਦਾ ਆਰੋਪ ਵੀ ਲੱਗਿਆ। 2016 ਦੇ ਵਿੱਚ ਕਈ ਸਾਂਸਦਾਂ ਵੱਲੋਂ ਸ਼ਰਾਬ ਪੀ ਕੇ ਪਾਰਲੀਮੈਂਟ ਵਿੱਚ ਆਉਣ ਦਾ ਆਰੋਪ ਲਗਾਇਆ ਗਿਆ। ਹਾਲਾਂਕਿ ਬਾਅਦ ਦੇ ਵਿੱਚ ਆਮ ਆਦਮੀ ਪਾਰਟੀ ਵੱਲੋਂ ਇਹਨਾਂ ਸਾਰਿਆਂ ਹੀ ਆਰੋਪਾਂ ਨੂੰ ਨਕਾਰ ਦਿੱਤਾ ਗਿਆ ਸੀ, ਪਰ ਆਰੋਪਾਂ ਦੇ ਵਿੱਚ ਘਿਰੇ ਭਗਵੰਤ ਮਾਨ ਤੇ ਅੰਕੁਸ਼ ਇਸ ਮੁੱਦੇ ਤੇ ਇੱਥੇ ਨਹੀਂ ਲੱਗਿਆ। ਆਮ ਆਦਮੀ ਪਾਰਟੀ ਤੋਂ ਬਰਖਾਸਤ ਸੰਸਦ ਮੈਂਬਰ ਹਰਿੰਦਰ ਸਿੰਘ ਖਾਲਸਾ ਨੇ ਇੱਕ ਫੇਰੀ ਸਦਨ ਦੇ ਵਿੱਚ ਸਪੀਕਰ ਨੂੰ ਉਹਨਾਂ ਦੀ ਸੀਟ ਬਦਲਣ ਦੀ ਮੰਗ ਵੀ ਕੀਤੀ ਸੀ। ਪਰ ਦੱਸ ਦਈਏ ਕਿ ਲੰਘੇ ਬਰੇ ਪੰਜਾਬ ਦੇ ਵਿੱਚ ਆਯੋਜਿਤ ਇੱਕ ਰੈਲੀ ਦੇ ਵਿੱਚ ਸੰਸਦ ਮੈਂਬਰ ਭਗਵੰਤ ਮਾਨ ਨੇ ਇਹ ਵੀ ਕਸਮ ਖਾਧੀ ਸੀ ਕਿ ਉਹਨਾਂ ਨੇ 1 ਜਨਵਰੀ ਤੋਂ ਸ਼ਰਾਬ ਛੱਡ ਦੇਣੀ ਹੈ ਤੇ ਉਹ ਸ਼ਰਾਬ ਕਦੇ ਨਹੀਂ ਪੀਣਗੇ। ਵਰਤਮਾਨ ਦੇ ਆਮ ਆਦਮੀ ਪਾਰਟੀ ਦੇ ਸੀਐਮ ਕੈਂਡੀਡੇਟ ਭਗਵੰਤ ਮਾਨ ਆਪਣੇ ਵਿਵਾਦਿਤ ਬਿਆਨਾਂ ਨੂੰ ਲੈ ਕੇ ਕਈ ਵਾਰੀ ਚਰਚਾ ਦੇ ਵਿੱਚ ਵੀ ਰਹੇ। ਬਜਟ ਦੇ ਵਿੱਚ ਚਰਚਾ ਦੇ ਵੇਲੇ ਉਹਨਾਂ ਨੇ ਭਾਜਪਾ ਤੇ ਕਾਂਗਰਸ ਤੇ ਵੀ ਨਿਸ਼ਾਨੇ ਸਾਧੇ ਤੇ ਇਸੇ ਦਰਮਿਆਨ ਉਹਨਾਂ ਨੇ ਲਾਲੂ ਯਾਦਵ ਦੇ ਪਰਿਵਾਰ ਨੂੰ ਵੀ ਵਿੱਚੇ ਘਸੀਟ ਲਿਆ ਸੀ, ਜਿਸ ਨੂੰ ਲੈ ਕੇ ਲੋਕ ਸਭਾ ਦੇ ਵਿੱਚ ਹੰਗਾਮਾ ਹੋ ਗਿਆ ਸੀ। ਪਰ ਪੰਜਾਬ ਦੇ ਵਿੱਚ ਲੰਘੀਆਂ ਲੋਕ ਸਭਾ ਚੋਣਾਂ ਤੋਂ ਬਾਅਦ ਹੀ ਆਮ ਆਦਮੀ ਪਾਰਟੀ ਦੇ ਵਰਕਰਾਂ ਤੇ ਸਪੋਰਟਰਾਂ ਵੱਲੋਂ ਭਗਵੰਤ ਮਾਨ ਨੂੰ ਪੰਜਾਬ ਦੇ ਸੀਐਮ ਦੇ ਚਿਹਰੇ ਦੇ ਤੌਰ ਤੇ ਦੇਖਿਆ ਜਾ ਰਿਹਾ ਤੇ ਹੁਣ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਵੱਲੋਂ ਵੀ 2022 ਦੀਆਂ ਵਿਧਾਨ ਸਭਾ ਚੋਣਾਂ ਲਈ ਐਲਾਨ ਕਰ ਦਿੱਤਾ ਹੈ ਕਿ ਭਗਵੰਤ ਮਾਨ ਹੀ ਆਮ ਆਦਮੀ ਪਾਰਟੀ ਦਾ ਸੀਐਮ ਚਿਹਰਾ ਹੋਣਗੇ। ਪਰ ਵੇਖਣ ਵਾਲੀ ਗੱਲ ਹੋਏਗੀ ਕਿ ਜਨਤਾ ਜਿਸ ਦੇ ਲਈ ਆਮ ਆਦਮੀ ਪਾਰਟੀ ਵੱਲੋਂ ਇੱਕ ਨੰਬਰ ਜਾਰੀ ਕੀਤਾ ਗਿਆ ਸੀ ਤੇ ਲੋਕਾਂ ਦਾ ਰੁਝਾਨ ਲਿਆ ਗਿਆ, ਪਰ ਵੇਖਣ ਵਾਲੀ ਗੱਲ ਹੋਏਗੀ ਕਿ ਹੁਣ 20 ਫਰਵਰੀ ਨੂੰ ਹੋਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੇ ਚੋਣ ਨਤੀਜਿਆਂ ਦੇ ਵਿੱਚ ਕੀ ਫੈਸਲਾ ਹੁੰਦਾ ਹੈ ਤੇ ਭਗਵੰਤ ਮਾਨ ਵਿਰੋਧੀ ਧਿਰਾਂ ਨੂੰ ਪਛਾੜਦੇ ਹੋਏ ਕੀ ਸੀਐਮ ਦੀ ਕੁਰਸੀ ਤੱਕ ਵਿਰੋਧੀਆਂ ਨੂੰ ਟੱਕਰ ਦਿੰਦੇ ਹੋਏ ਕੀ ਪਹੁੰਚ ਪਾਉਂਦੇ ਹਨ। ਨਿਊਜ਼ ਡੈਸਕ ਤੋਂ ਸੁਨੀਲ ਕੁਮਾਰ ਦੀ ਰਿਪੋਰਟ, ਜਗਬਾਣੀ ਟੀਵੀ। ਵਿਧਾਨ ਸਭਾ ਚੋਣਾਂ ਸਿਰ ਤੇ ਨੇ। ਸਾਰੀਆਂ ਹੀ ਰਾਜਨੀਤਿਕ ਪਾਰਟੀਆਂ ਚੋਣਾਂ ਦੀਆਂ ਤਿਆਰੀਆਂ ਵਿੱਚ ਜੁਟੀਆਂ ਹੋਈਆਂ ਨੇ ਤੇ ਚੋਣਾਂ ਤੋਂ ਐਨ ਪਹਿਲਾਂ ਸੀਐਮ ਚਰਨਜੀਤ ਸਿੰਘ ਚੰਨੀ ਦੇ ਰਿਸ਼ਤੇਦਾਰਾਂ ਦੇ ਘਰ ਈਡੀ ਨੇ ਛਾਪੇਮਾਰੀ ਕੀਤੀ, ਜਿਸ ਤੋਂ ਬਾਅਦ ਸੀਐਮ ਚਰਨਜੀਤ ਸਿੰਘ ਚੰਨੀ ਦਾ ਬਿਆਨ ਵੀ ਸਾਹਮਣੇ ਆਇਆ। ਪੰਜਾਬ ਕੇਸਰੀ ਜਗਬਾਣੀ ਟੀਵੀ ਤੇ ਸਾਰਿਆਂ ਦਾ ਸਵਾਗਤ ਹੈ। ਮੈਂ ਹਾਂ ਨਵੀਨ ਸੇਠੀ। ਮੁੱਖ ਮੰਤਰੀ ਦੇ ਰਿਸ਼ਤੇਦਾਰਾਂ ਤੇ ਈਡੀ ਦੀ ਰੇਡ ਹੁੰਦੀ ਹੈ। ਇਸ ਬਾਬਤ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਾਲ ਜਗਬਾਣੀ ਨੇ ਐਕਸਕਲੂਸਿਵ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਵੈਸਟ ਬੰਗਾਲ ਦੇ ਵਿੱਚ ਵੀ ਮਮਤਾ ਬੈਨਰਜੀ ਦੇ ਰਿਸ਼ਤੇਦਾਰਾਂ ਦੇ ਉੱਪਰ ਇਸੇ ਤਰੀਕੇ ਦੀਆਂ ਰੇਡ ਕਰਵਾਈਆਂ ਗਈਆਂ ਸਨ ਤੇ ਹੁਣ ਨਾ ਕੇਵਲ ਮੈਨੂੰ ਮੇਰੇ ਮੰਤਰੀਆਂ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਹੈ, ਨਾਲ ਹੀ ਉਹਨਾਂ ਨੇ ਜ਼ਿਕਰ ਕੀਤਾ ਕਿ ਜਿਸ ਤਰੀਕੇ ਦੀ ਘਟਨਾ ਪਿਛਲੇ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਘਟੀ ਹੈ ਉਸ ਦਾ ਬਦਲਾ ਲਿਆ ਜਾ ਰਿਹਾ ਹੈ। ਤਾਂ ਸੁਣੋ ਕੀ ਕੁਝ ਹੋਰ ਮੁੱਖ ਮੰਤਰੀ ਵੱਲੋਂ ਕਿਹਾ ਗਿਆ। ਬੋਲਣ ਤਾਂ ਦਿਓ ਚਲੋ। फ्रेम भी दे दिया हुआ। वेस्ट बंगाल के जब इलेक्शन हुए ममता बनर्जी के रिश्तेदारों पे भी ऐसे ही अटैक हुए थे, सेम पैटर्न पे अब पंजाब में ईडी प्रेशराइज करने की कोशिश कर रही है, परेशानी दे रही है, हर तरीके से दबाव बनाया जा रहा है। खाली एक मंत्री पे नहीं, मुख्यमंत्री पे नहीं, हर कांग्रेस के वर्कर पे दबाव बनाया जा रहा है। ये अच्छा माहौल नहीं है लोकतंत्र के लिए। इलेक्शन आ गए तो इनको ईडी की रेडें याद आ गई, लेकिन हम ये सब दबाव झेलने के लिए तैयार हैं। परेशानियां जितनी देंगे उतनी लेने के लिए तैयार हैं। हम अपने इलेक्शन को आगे बढ़ाएंगे। ये किसी भी तरह इसको विफल नहीं कर पाएंगे। चन्नी साहब कितने ठिकानों पे हुए मुझे नहीं पता है, ये तो मैंने जो टीवी और खबरों से सुना है उसके हिसाब से रेड हो रही है। अभी तक मेरे पास इसकी पुख्ता कोई जानकारी नहीं है, लेकिन ये ठीक है कि अल्टीमेटली हमारे मंत्रियों को और मुझे ये टारगेट करने की कोशिश करेंगे। लेकिन चन्नी साहब 2018 में मैं मुख्यमंत्री नहीं था। 2018 की 17-18 की कोई FIR को बेस जैसे आप बता रहे हो बनाया जा रहा है।
हमारा उससे क्या संबंध है। उस समय तो मैं मुख्यमंत्री भी नहीं था, लेकिन इन्होंने किसी न किसी तरीके तरह हमारे मंत्री और मुझे टारगेट करना है और दबाने की कोशिश है ये। लेकिन पंजाबी कभी दबते नहीं है, मैं इतना बता दूं। बदलाखोरी आपको क्या लगता है? जो आपको पॉलिटिकल वेंडेटा पिछले दिनों में क्या क्या कार्यक्रम हुए हैं आप सबको पता है, जनता को पता है, और उसके बदले में अब ये पंजाब की कांग्रेस को और मुझे दबाने की जो कोशिश है ये सफल नहीं होगी। उधर पंजाब ते हरियाणा हाई कोर्ट ने विक्रम सिंह मजीठिया ਨੂੰ ਵੱਡੀ ਰਾਹਤ ਦਿੱਤੀ ਹੈ। ਵੱਡੀ ਰਾਹਤ ਦਿੰਦੇ ਹੋਏ ਉਹਨਾਂ ਦੀ ਅੰਤਰਿਮ ਜ਼ਮਾਨਤ ਨੂੰ ਬਰਕਰਾਰ ਰੱਖਿਆ ਹੈ ਤੇ ਅੱਗੇ ਵਧਾ ਦਿੱਤਾ ਹੈ, ਯਾਨੀ ਕਿ ਹੁਣ 24 ਜਨਵਰੀ ਤੱਕ ਵਧਾ ਦਿੱਤੀ ਹੈ ਵਿਕਰਮ ਮਜੀਠੀਆ ਦੀ ਅੰਤਰਿਮ ਜ਼ਮਾਨਤ। ਉਹ ਹਾਈ ਕੋਰਟ ਦੇ ਹੁਕਮਾਂ ਤੇ 2 ਵਾਰ ਪੰਜਾਬ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ ਯਾਨੀ ਕਿ SIT ਦੇ ਸਾਹਮਣੇ ਪੇਸ਼ ਹੋ ਚੁੱਕੇ ਨੇ। ਵਿਕਰਮ ਮਜੀਠੀਆ ਨੂੰ 10 ਜਨਵਰੀ ਨੂੰ ਅੰਤਰਿਮ ਜ਼ਮਾਨਤ ਮਿਲੀ ਸੀ, ਜਿਸ ਵਿੱਚ ਹਾਈ ਕੋਰਟ ਨੇ ਕੁਝ ਸ਼ਰਤਾਂ ਵੀ ਲਗਾਈਆਂ ਸਨ। ਇਹਨਾਂ ਵਿੱਚ ਉਹਨਾਂ ਨੂੰ ਵਿਦੇਸ਼ ਨਾ ਜਾਣ, ਕੇਸ ਨਾਲ ਸੰਬੰਧਿਤ ਕਿਸੇ ਵੀ ਵਿਅਕਤੀ ਨਾਲ ਸੰਪਰਕ ਨਾ ਕਰਨ, ਆਪਣਾ ਮੋਬਾਈਲ ਨੰਬਰ ਜਾਂਚ ਟੀਮ ਨੂੰ ਦੇ ਕੇ 24 ਘੰਟੇ ਖੁੱਲ੍ਹਾ ਰੱਖਣ ਅਤੇ WhatsApp ਨੰਬਰ ਵੀ ਸਾਂਝਾ ਕਰਨ ਲਈ ਕਿਹਾ ਗਿਆ ਸੀ। ਚੰਡੀਗੜ੍ਹ ਦੇ ਵਿੱਚ ਵੀ ਅਵਾਰਾ ਜਾਨਵਰਾਂ ਦੀ ਸਮੱਸਿਆ ਕਾਫੀ ਜ਼ਿਆਦਾ ਵੱਧਦੀ ਜਾ ਰਹੀ ਸੀ, ਕਿਉਂਕਿ ਇਸ ਦੇ ਨਾਲ ਕਈ ਤਰ੍ਹਾਂ ਦੇ ਹਾਦਸੇ ਵੀ ਵਾਪਰ ਚੁੱਕੇ ਸੀ। ਪਰ ਹੁਣ ਚੰਡੀਗੜ੍ਹ ਦੀ ਨਵੀਂ ਮੇਅਰ ਸਰਬਜੀਤ ਕੌਰ ਦਾ ਕਹਿਣਾ ਹੈ ਕਿ ਚੰਡੀਗੜ੍ਹ ਵਾਸੀਆਂ ਨੂੰ ਇਸ ਸਮੱਸਿਆ ਦਾ ਜਲਦ ਹੀ ਹੱਲ ਮਿਲ ਜਾਵੇਗਾ। ਅਸੀਂ ਦੇਖੋ ਬਹੁਤ ਜਲਦ ਇੱਕ ਵੱਡੀ ਗਊਸ਼ਾਲਾ ਬਣਾਉਣ ਜਾ ਰਹੇ ਹਾਂ, ਜਿੱਥੇ ਅਵਾਰਾ ਗਊਆਂ ਘੁੰਮਦੀਆਂ ਨੇ, ਇਹਨਾਂ ਤੋਂ ਪਬਲਿਕ ਨੂੰ ਨਿਜਾਤ ਮਿਲੇਗੀ। ਜੋ ਐਕਸੀਡੈਂਟ ਹੋ ਰਹੇ ਹਨ ਗਊਆਂ ਕਰਕੇ, ਉਹ ਤੋਂ ਵੀ ਨਿਜਾਤ ਮਿਲੇਗੀ। ਤੇ ਕੁੱਤਿਆਂ ਬਾਰੇ ਵੀ ਅਸੀਂ ਕਮਿਸ਼ਨਰ ਮੈਮ ਨਾਲ ਗੱਲ ਕਰਾਂਗੇ ਕਿ ਉਹਨਾਂ ਲਈ ਵੀ ਕੋਈ ਅੱਗੇ ਸੋਲੂਸ਼ਨ ਬਣਾਇਆ ਜਾਵੇ ਤਾਂ ਕਿ ਪਬਲਿਕ ਨੂੰ ਆਰਾਮ ਮਿਲੇ। ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਜ਼ੋਰਾਂ ਸ਼ੋਰਾਂ ਦੇ ਨਾਲ ਚੱਲ ਰਹੀਆਂ ਨੇ। ਰਾਜਨੀਤਿਕ ਪਾਰਟੀਆਂ ਵੱਲੋਂ ਵੱਡੇ ਵੱਡੇ ਦਾਅਵੇ ਵੀ ਕੀਤੇ ਜਾ ਰਹੇ ਨੇ, ਨਾਲੋਂ ਨਾਲ ਵਾਅਦਿਆਂ ਦੀ ਵੀ ਝੜੀ ਲਗਾਈ ਜਾ ਰਹੀ ਹੈ। ਅਜਿਹੇ ਵਿੱਚ ਜੇ ਗੱਲ ਖਰੜ ਦੀ ਕੀਤੀ ਜਾਵੇ ਤਾਂ ਖਰੜ ਦੇ ਵਿੱਚ ਕਿਸ ਤਰ੍ਹਾਂ ਦੇ ਨਾਲ ਲੋਕ ਸਮੱਸਿਆਵਾਂ ਦੇ ਨਾਲ ਦੋ ਚਾਰ ਹੋ ਰਹੇ ਨੇ, ਉਹ ਵੀ ਤੁਹਾਨੂੰ ਦਿਖਾ ਦਿੰਦੇ ਆ। ਇੱਥੇ ਸੜਕ, ਸੀਵਰੇਜ, ਬਹੁਤ ਸਾਰੀਆਂ ਸਮੱਸਿਆਵਾਂ ਲੋਕਾਂ ਨੂੰ ਪੇਸ਼ ਆ ਰਹੀਆਂ ਨੇ। यहाँ पर बहुत ज़्यादा प्रॉब्लम है। आप देख सकते हैं कि यहाँ की स्थिति कितनी ख़राब है। सेवरेज तक का पानी, वेस्टेज पानी जो है वो सामने बह रहा है और सारे का सारी बदबू फैली हुई है। अगर ये गर्मियों का मौसम होता तो यहाँ मच्छरों का ढेर होता और यहाँ लोगों का रहना मुश्किल हो गया है। और इतना मुश्किल हो गया है कि लोग अपने मकान को छोड़ने पर उतारू हुए हैं कि भाई वो मकान छोड़ने के लिए तैयार है। जबकि से नगर निगम नया गांव ने यहाँ पर अभी करोड़ों रुपए इस सड़क में और इस पानी की सेवरेज के और इसके वेस्टेज के लिए लगाए हैं, और अभी इसको इन पैसों का लगाने का मतलब हाल ही में पैसा लगा है, 2-3 महीने भी हुए नहीं अभी, और उसके बावजूद इसके ये हाल है कि 2 महीने में ही इसके इतने बुरे हाल हो चुके हैं कि यहाँ लोगों का जीना हराम है। जबकि से मोदी जी का स्वच्छ अभियान पूरे हिंदुस्तान में चला हुआ है और ये एरिया जो है बिल्कुल भी चंडीगढ़ के स्मार्ट सिटी के बिल्कुल नज़दीक है, और सामने स्मार्ट सिटी का बोर्ड लगा हुआ है और स्मार्ट सिटी यहाँ से बिल्कुल बहुत नज़दीक है, और उसके बावजूद भी यहाँ पर इतनी गंद है कि भाई यहाँ पर लोगों का जीना हराम हुआ। अभी फ़िलहाल 2 साल पहले ही हमने मकान बनाया, बड़ी मुश्किल से मकान का बनाया, और अब हमारे घर के पास ये सीवरेज, वो गंदे पानी का जो ड्रेन वाटर है वो हमें सबसे ज़्यादा परेशानी का मामला, क्योंकि बिल्कुल घर के पास है। घर में इतनी बदबू आती है, गर्मियों में मच्छर बहुत आते हैं, बहुत ज़्यादा परेशानी है यहाँ। रोड बनाने के लिए कोई लेवलिंग नहीं, कोई सुपरवाइज़र नहीं, ऐसे ही अंदाजे से इन्होंने लेबर अपने आप बना दिए। पानी जो है ड्रेन सारा रिवर्स आ रहा है और यहाँ पानी भर रहा है। मक्खी मच्छर पैदा होंगे, लोगों को रहना मुश्किल हो गया है और बीमारियों का घर है। इस पर बिल्कुल ही ध्यान ना नगर निगम दे रहा है, ना सरकार दे रही है। इसलिए हम यहाँ के निवासी बहुत ही इस मामले में परेशान हैं। उधर चंडीगढ़ ਦੇ ਵਿੱਚ ਕੁਝ ਮਾਰਕੀਟਸ ਨੂੰ 5 ਵਜੇ ਬੰਦ ਕਰਨ ਦਾ ਐਲਾਨ ਕੀਤਾ ਗਿਆ ਸੀ, ਜਿਸ ਦਾ ਵਿਰੋਧ ਹੋ ਰਿਹਾ ਹੈ। ਦੁਕਾਨਦਾਰਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਇਹ ਫੈਸਲਾ ਇੱਕ ਤਰਫਾ ਹੈ ਤੇ ਭੇਦਭਾਵ ਵਾਲਾ ਹੈ। ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਦੀਆਂ ਮੰਗਾਂ ਮੰਨੀਆਂ ਜਾਣ। ਉਹਨਾਂ ਦੀ ਖਾਸ ਮੰਗ ਇਹੀ ਹੈ ਕਿ 5 ਵਜੇ ਤੋਂ 2 ਘੰਟੇ ਹੋਰ ਵਧਾ ਦਿੱਤੇ ਜਾਣੇ ਚਾਹੀਦੇ ਨੇ। प्रशासन होश में आओ, होश में आओ, होश में आओ। प्रशासन मुर्दाबाद, मुर्दाबाद, मुर्दाबाद। हमारी प्रशासन से हाथ जोड़ के यही विनती है कि सबके लिए कानून बराबर लाए। बंदिश लगाई है, 5 बजे बंद कर दो जी, बंद कर दो जी, बंद कर दो जी। क्या प्रशासन उसका कैश देगा? छोटे दुकानदारों से इनकी क्या दुश्मनी है, हम तो आज तक ये समझ नहीं पाए जी। ये जो सारा क्राउड था मार्केटों का तिब्बत मार्केट में देखने को मिला।
ਚੰਡੀਗੜ੍ਹ 'ਚ ਕਰੋਨਾ ਦੇ ਮਾਮਲਿਆਂ ਦੇ ਵਧਣ ਤੋਂ ਬਾਅਦ ਛੋਟੇ ਦੁਕਾਨਦਾਰਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ, ਕਿਉਂਕਿ ਰੋਜ਼ਾਨਾ ਆਪਣੀਆਂ ਦੁਕਾਨਾਂ ਨੂੰ ਖੋਲ੍ਹ ਕੇ ਇਹ ਆਪਣੇ ਪਰਿਵਾਰ ਦਾ ਢਿੱਡ ਪਾਲਦੇ ਨੇ। ਪਰ ਉੱਥੇ ਹੀ ਦੂਜੇ ਪਾਸੇ ਚੰਡੀਗੜ੍ਹ ਦੇ ਛੋਟੇ ਦੁਕਾਨਦਾਰ ਦੁਕਾਨ ਖੋਲ੍ਹਣ ਦਾ ਸਮਾਂ ਸ਼ਾਮੀ 5 ਵਜੇ ਤੋਂ 2 ਘੰਟੇ ਵਧਾ ਕੇ ਰਾਤ 7 ਵਜੇ ਤੱਕ ਕਰਨ ਦੀ ਮੰਗ ਕਰ ਰਹੇ ਨੇ, ਜਿਸ ਨੂੰ ਲੈ ਕੇ ਮੰਗਲਵਾਰ ਨੂੰ ਸੈਕਟਰ 19 ਦੇ ਪਾਲਿਕਾ ਬਾਜ਼ਾਰ ਵਿੱਚ ਇਹਨਾਂ ਦੁਕਾਨਦਾਰਾਂ ਦੇ ਵੱਲੋਂ ਜ਼ੋਰਦਾਰ ਪ੍ਰਦਰਸ਼ਨ ਕੀਤਾ ਗਿਆ। ਪ੍ਰਦਰਸ਼ਨ ਕਰ ਰਹੇ ਇਹਨਾਂ ਦੁਕਾਨਦਾਰਾਂ ਦਾ ਕਹਿਣਾ ਸੀ ਕਿ ਪ੍ਰਸ਼ਾਸਨ ਦਾ ਇਹ ਫੈਸਲਾ ਇੱਕ ਤਰਫਾ ਹੈ ਤੇ ਭੇਦਭਾਵ ਵਾਲਾ ਹੈ। ਜਦ ਵੱਡੇ ਦੁਕਾਨਦਾਰ ਆਪਣੀਆਂ ਦੁਕਾਨਾਂ ਖੋਲ੍ਹ ਸਕਦੇ ਨੇ ਤਾਂ ਛੋਟੇ ਦੁਕਾਨਦਾਰ ਕਿਉਂ ਨਹੀਂ? ਉਹਨਾਂ ਦੇ ਅਤਿਆਚਾਰ ਕਿਉਂ? ਕਿ ਛੋਟੇ ਦੁਕਾਨਦਾਰ ਹੀ ਕਰੋਨਾ ਫੈਲਾ ਰਹੇ ਨੇ ਤੇ ਕੀ ਉਹੀ ਇਸ ਦੇ ਜ਼ਿੰਮੇਦਾਰ ਨੇ? ਉੱਥੇ ਹੀ ਦੁਕਾਨਦਾਰਾਂ ਦਾ ਇਹ ਵੀ ਕਹਿਣਾ ਸੀ ਕਿ ਚੰਡੀਗੜ੍ਹ ਦੇ ਐਲਾਂਟੇ ਮਾਲ 'ਚ ਵੱਡੇ ਸ਼ੋਰੂਮਾਂ 'ਚ ਕਰੋਨਾ ਕਿਉਂ ਨਹੀਂ ਫੈਲਦਾ? ਬੀਤੇ 2 ਸਾਲ ਤੋਂ ਕਰੋਨਾ ਦੇ ਵੇਲੇ ਵੀ ਉਹਨਾਂ ਦਾ ਬਿਜ਼ਨਸ ਕਾਫੀ ਘਾਟੇ ਵਿੱਚ ਗਿਆ ਤੇ ਉਹਨਾਂ ਨੂੰ ਕਾਫੀ ਨੁਕਸਾਨ ਝੱਲਣਾ ਪਿਆ ਸੀ ਤੇ ਇੱਕ ਵਾਰ ਫਿਰ ਤੋਂ ਪ੍ਰਸ਼ਾਸਨ ਨੇ ਇਹ ਫੈਸਲਾ ਲਿਆ ਜਿਸ ਦੇ ਨਾਲ ਉਹਨਾਂ ਨੂੰ ਭਾਰੀ ਭਰਕਮ ਨੁਕਸਾਨ ਹੋਵੇਗਾ, ਜਿਸ ਦੇ ਚੱਲਦੇ ਉਹ ਪ੍ਰਸ਼ਾਸਨ ਦੇ ਫੈਸਲੇ ਦਾ ਲਗਾਤਾਰ ਵਿਰੋਧ ਕਰ ਰਹੇ ਨੇ। सर देखिए, पिछली बार जब कोरोना स्टार्ट हुआ था तब भी हमारी मार्केटों को सफ़र करना पड़ा था। 15 दिन 19 दिन लेट खुली थी, पहले बंद कर दी थी। अब भी दोबारा से कोरोना हुआ है, ये जो भी हुआ है, अब हम सिर्फ 5 मार्केटों पे ही जोर डाला जा रहा है कि 5 बजे हम मार्केटें बंद करें। हमारी प्रशासन से हाथ जोड़ के यही विनती है कि सबके लिए कानून बराबर लाए और हमारे को कुछ नहीं कहना चाहिए। जो भी करना है 7 बजे का टाइम तो कम से कम 8 बजे का टाइम हमारे को दुकानें खोलने के लिए दे प्रशासन, तभी जाके हम अपनी रोजी रोटी, हमारे एम्प्लॉयज़ हैं, हमारे बिजली के खर्चे हैं, हमारे लोन हैं, हमारी किस्तें हैं, तब जाके हम उनको पूरा कर सकेंगे। मार्केटें बंद करके अब मैं आपको एक और किस्सा सुनाता हूँ। हमारी मार्केट बंद 5 बजे मार्केट बंद हो जाती है, ठीक है। परिवार वाले, हम घर में परिवार में चले गए, परिवार वाले कहते हैं चलो अब आज आपकी मार्केटें बंद हो गई है, थोड़ा घूमने के लिए निकलते हैं। आप भी टेंशन में चल रहे हो, मार्केट घूमने चलते हैं। मैं चला गया जी अपने परिवार के साथ सेक्टर 34 में, चलो कुछ खा पी लिया जाए। वहाँ जो फर्नीचर मार्केट के साथ है, जो खाने पीने की मार्केट है, वहाँ गया। वहाँ हमें 10 मिनट वेट करनी पड़ी, इतना क्राउड था। वहाँ जाने के बाद फिर हम गए 17 की जो अपने तिब्बत मार्केट है। ये जो सारा क्राउड था मार्केटों का, तिब्बत मार्केट में देखने को मिला। मैं प्रशासन से ये पूछना चाहता हूँ, प्रशासन ने जो लॉकडाउन लगाता है क्या सिर्फ छोटे दुकानदारों के लिए है? प्रशासन ने जो टाइमिंग की है सिर्फ 5 बजे की, वो क्या 5 मार्केटों के लिए की है? क्या सिर्फ 5 मार्केटों में ही कोरोना आता है? बड़ी मार्केटों में कोरोना नहीं आता? उनका पहले भी 9 बजे टाइम चल रहा था नॉर्मली शोरूमों का, वो आज भी जो 9 बजे बंद करते हैं। उनके लिए क्या है? उनके लिए तो कोई कसूर है नहीं है। तो दूसरी बात ये मैं कहना चाहता हूँ, लोगों ने लिमिटें ली हैं, वो लिमिटों को ब्याज दे रहे हैं, क्या प्रशासन उनका ब्याज दे देगा? लॉकडाउन ने, प्रशासन ने जो इतनी बंदिश लगाई है, 5 बजे बंद कर दो जी, बंद कर दो जी, बंद कर दो जी, क्या प्रशासन उनका इंटरेस्ट देगा? सर मैं तो आपके चैनल के माध्यम से प्रशासन तक यही बात पहुँचाना चाहता हूँ कि प्रशासन जो भी कार्रवाई करता है वो छोटे दुकानदारों पे क्यों करता है? कभी प्रशासन ने ये नहीं सोचा कि लांटे को बंद करा दें, कभी ये नहीं सोचा कि बड़े शोरूमों के बंद कराएं। लेकिन जब भी प्रशासन कार्रवाई करता है तो छोटे दुकानदारों पे ही करता है। छोटे दुकानदारों से इनकी क्या दुश्मनी है, हम तो आज तक ये समझ नहीं पाए जी। कोविड है तो सिर्फ 5 मार्केटों में ही है, बड़े शोरूमों में कोविड ही नहीं है सर। उनका आप देख लो, अंदर उन्होंने 10-10 बंदों का स्टाफ रखा हुआ है, कस्टमर भी रहता है दुकानों पर, लेकिन कोई कोविड प्रोटोकॉल का भी पालन नहीं करते जी वो तो। लेकिन फिर भी उनको खुलने की अनुमति दी गई है। छोटे दुकानदारों से हमेशा ही प्रशासन थोड़ा सख्त रवैया रखता है। मेरी प्रशासन से यही हाथ जोड़ के विनती है कि आप कानून एक बराबर होता है। कहीं भी संविधान में लिखा है कि छोटा दुकानदार और बड़े दुकानदार की परिभाषा क्या करता है? प्रशासन क्या परिभाषा करता है? छोटा दुकानदार दुकानदार, बड़ा दुकानदार दुकानदार नहीं कहलाता। ਉੱਥੇ ਇਸ ਮਾਮਲੇ ਤੇ ਐਡਵਾਈਜ਼ਰ ਧਰਮਪਾਲ ਦਾ ਕਹਿਣਾ ਸੀ ਕਿ ਇਹ ਫੈਸਲਾ ਕਰੋਨਾ ਦੇ ਲਗਾਤਾਰ ਵਧਦੇ ਸੰਕਰਮਣ ਦੇ ਚੱਲਦੇ ਲਿਆ ਗਿਆ। ਛੋਟੀਆਂ ਦੁਕਾਨਾਂ ਦੇ ਵਿੱਚ ਭੀੜ-ਭਾੜ ਜ਼ਿਆਦਾ ਹੁੰਦੀ ਹੈ ਤੇ ਜ਼ਿਆਦਾ ਗਿਣਤੀ ਦੇ ਵਿੱਚ ਲੋਕ ਇਹਨਾਂ ਦੁਕਾਨਾਂ ਦੇ ਵਿੱਚ ਪਹੁੰਚਦੇ ਨੇ, ਜਿਸ ਦੇ ਚੱਲਦੇ ਉਹਨਾਂ ਦੇ ਵੱਲੋਂ ਇਹ ਫੈਸਲਾ ਲਿਆ ਗਿਆ। ਨਾਲ ਹੀ ਉਹਨਾਂ ਦਾ ਇਹ ਵੀ ਕਹਿਣਾ ਸੀ ਕਿ ਜਿਵੇਂ ਹੀ ਕਰੋਨਾ ਦਾ ਸੰਕਰਮਣ ਘੱਟ ਹੋਵੇਗਾ ਤਾਂ ਉਸੇ ਤਰ੍ਹਾਂ ਹੀ ਇਹਨਾਂ ਦੁਕਾਨਾਂ ਨੂੰ ਖੋਲ੍ਹਣ ਦੀ ਮਨਜ਼ੂਰੀ ਦੇ ਦਿੱਤੀ ਜਾਵੇਗੀ। नहीं, सही बात है। मेरे ख्याल से तो ये है कि यहाँ हमें देखना ये है कि हमारे सबसे ज़्यादा इन्फेक्शन का चांस कहाँ हो सकता है। हमारे जैसे टूरिस्ट सेंटर थे, सुखना लेक था, हमारा बर्ड पार्क था, पहले सबसे पहले हमने उसको बंद किया। और सबसे मार्केट में लोग कहाँ पे इकट्ठे होते हैं,
ये 5 मार्केट थी। तो अभी उनको थोड़ा सा ये झेलना पड़ेगा और जैसे ही सिचुएशन इम्प्रूव करेगी हम इसको भी खोल देंगे। तो वो हम लोग अपनी टीम को भेजते हैं अलांटा में, फिर वी विल सेंड ए टीम देयर, तो उसको जरा वी विल ऑर्गेनाइज ए टीम टू गो देयर। अभी तो हेल्थ वर्कर्स के लिए है और 60+ है, तो जैसे ही कुछ अनाउंसमेंट इसका भारत सरकार इसके फैसला करेगी तो उनको भी, आपको भी मेरे ख्याल से तो फ्रंट वॉरियर में लेना चाहिए। तो लेकिन जैसे ही कोई गाइडलाइन आएगी इसके बारे में तो हम इस पर भी पूरी उसको आपको भी शामिल कर लिया जाएगा। ਜਾਣਕਾਰੀ ਦੱਸਦੀ ਹੈ ਕਿ ਛੋਟੀਆਂ ਮਾਰਕੀਟਾਂ ਨੂੰ ਸ਼ਾਮੀ 5 ਵਜੇ ਤੱਕ ਬੰਦ ਕਰਨ ਦੇ ਫੈਸਲੇ ਤੋਂ ਦੁਕਾਨਦਾਰ ਕਾਫੀ ਨਾਰਾਜ਼ ਚੱਲ ਰਹੇ ਨੇ ਤੇ ਇਸ ਨੂੰ ਲੈ ਕੇ ਹੀ ਉਹਨਾਂ ਦੇ ਵੱਲੋਂ ਰੋਜ਼ਾਨਾ ਵਿਰੋਧ ਜਤਾਏ ਜਾ ਰਹੇ ਨੇ। ਹੁਣ ਦੇਖਣ ਵਾਲੀ ਗੱਲ ਹੋਵੇਗੀ ਕਿ ਪ੍ਰਸ਼ਾਸਨ ਇਹਨਾਂ ਦੁਕਾਨਦਾਰਾਂ ਦੀਆਂ ਸਮੱਸਿਆਵਾਂ ਦਾ ਹੱਲ ਕਦੋਂ ਕੱਢਦਾ ਹੈ ਜਾਂ ਫਿਰ ਬੀਤੇ ਸਾਲ ਦੀ ਤਰ੍ਹਾਂ ਇਹਨਾਂ ਛੋਟੇ ਦੁਕਾਨਦਾਰਾਂ ਨੂੰ ਇਸ ਸਾਲ ਵੀ ਘਾਟਾ ਝੱਲਣਾ ਪਵੇਗਾ। ਜਗਬਾਣੀ ਟੀਵੀ ਦੇ ਲਈ ਚੰਡੀਗੜ੍ਹ ਤੋਂ ਭਗਵਤ ਸਿੰਘ ਦੀ ਰਿਪੋਰਟ। ਕੋਰੋਨਾ ਦਾ ਕਹਿਰ ਲਗਾਤਾਰ ਵੱਧਦਾ ਹੀ ਜਾ ਰਿਹਾ ਹੈ। ਓਮਿਕਰੋਨ ਦਾ ਖਤਰਾ ਵੀ ਵੱਧਦਾ ਜਾ ਰਿਹਾ ਹੈ। ਅਜਿਹੇ ਵਿੱਚ ਲੋਕਾਂ ਨੂੰ ਸਾਵਧਾਨੀਆਂ ਕਿਸ ਤਰ੍ਹਾਂ ਦੀਆਂ ਵਰਤਣੀਆਂ ਚਾਹੀਦੀਆਂ ਨੇ, ਇਸ ਨੂੰ ਲੈ ਕੇ ਮਾਹਿਰ ਦੇ ਨਾਲ ਚਰਚਾ ਕੀਤੀ ਸਾਡੇ ਸੰਵਾਦਦਾਤਾ ਨੇ। देखिए, अगर हम ओमिक्रॉन की बात करें कि थोड़े से जो अलग सिम्टम्स हैं डेल्टा वेव जो म्यूटेंट था उसके तुलना में, तो सबसे पहले तो ये है कि यहाँ इसमें गले में खराश होती है, ड्राइनेस होती है, खांसी थोड़ी होती है, हेडेक बहुत है, फीवर होता है, तेज भी होता है, ठंड लगती है और उसके साथ बहुत ज़्यादा फटीग होता है, जो एकदम जो इंसान है बॉडी जो है वो फटीग में होती है। तो ये थोड़ा सा फ़र्क है। सबसे बड़ी जो ये बात है कि आइसोलेशन सेंटर जो हमने बनाया है 13 के साथ, इसकी महत्वता इस वेरिएंट के लिए बहुत ज़्यादा है, क्योंकि 90% से 95% लोग जो हैं यहीं से ठीक होकर जाने वाले हैं। हमें ये एक पहला पड़ाव है और इसके बाद ज़रूरत पड़ेगी तो हॉस्पिटल में जाने की ज़रूरत पड़ेगी, मगर हम ये देख रहे हैं कि 5 या 7% लोग ही इस वेव में हॉस्पिटल में जा रहे हैं। तो अगर हमें टाइम पे इस तरह की सुविधा अगर हम मुहैया करा सकें तो हॉस्पिटलाइजेशन से हम उनको बचा पाएंगे। रुख तापमान का कर लेने ते दस दिने तुहानू कि अज दा तापमान किस तरह का रहा। तो पहला तुहानू ये दस दिने कि ठंड लगातार वधदी जा रही है। पिछले 2 दिनों तो ठंड लगातार वध रही है, धुप नज़र नहीं आ रही। तो तापमान की जो गल की जाए तो अज वध तापमान 12.0 डिग्री सैल्सियस ते घट्टो घट्ट तापमान 9.1 डिग्री सैल्सियस दर्ज किया गया। तो अज दे इस बुलेटिन दे विच बस नहीं, फिर होवेगी मुलाकात। सत श्री अकाल।